ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ। ਮੇਰਾ ਦਿਓਰ ਬਿਲਕੁਲ ਮੇਰੇ ਪਤੀ ਦਾ ਹਮਸ਼ਕਲ ਸੀ। ਜਦੋਂ ਸਾਡਾ ਵਿਆਹ ਹੋਇਆ ਸੀ ਤਾਂ ਮੈਨੂੰ ਅਕਸਰ ਇਹ ਸਮਝ ਨਹੀਂ ਆਉਂਦੀ ਕਿ ਮੇਰਾ ਪਤੀ ਕੌਣ ਹੈ ਤੇ ਦਿਓਰ ਕੌਣ ਹੈ। ਮੈਂ ਦਿਓਰ ਦੇ ਸਾਹਮਣੇ ਜਾਣ ਤੋਂ ਝਿਜਕਦੀ ਸੀ ਤੇ ਜ਼ਿਆਦਾਤਰ ਸਮਾਂ ਆਪਣੇ ਕਮਰੇ ਵਿੱਚ ਰਹਿੰਦੀ ਸੀ। ਪਰ ਇੱਕ ਰਾਤ ਮੇਰਾ ਪਤੀ ਮੇਰੇ ਕੋਲ ਲੇਟਿਆ ਹੋਇਆ ਸੀ। ਮੇਰਾ ਦਿਲ ਤੇਜ਼ ਧੜਕਣ ਲੱਗ ਪਿਆ। ਮੈਂ ਆਪਣੇ ਪਤੀ ਦੀ ਥਾਂ ਆਪਣੇ ਦਿਓਰ। ਜਦੋਂ ਮੇਰਾ ਵਿਆਹ ਹੋਇਆ ਤਾਂ ਮੇਰੇ ਕਮਰੇ ਵਿੱਚ ਦੋ ਨੌਜਵਾਨ ਬੈਠੇ ਸੀ। ਮੈਂ ਅੱਖਾਂ ਹੇਠਾਂ ਕਰਕੇ ਬੈਠੀ ਸੀ। ਮੈਂ ਬਸ ਉਹਨਾਂ ਦੋਵਾਂ ਦੇ ਪੈਰ ਹੀ ਵੇਖੇ ਸੀ। ਮੈਂ ਸੋਚਦੀ ਸੀ ਕਿ ਮੇਰੇ ਪਤੀ ਨਾਲ ਹੋਰ ਕੌਣ ਹੋ ਸਕਦਾ ਹੈ, ਉਹ ਵੀ ਰਾਤ ਦੇ ਇਸ ਸਮੇਂ। ਜਿਵੇਂ ਹੀ ਮੈਂ ਉੱਪਰ ਵੱਲ ਦੇਖਿਆ ਤਾਂ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਦੋਵਾਂ ਦੇ ਚਿਹਰੇ ਇੱਕੋ ਜਿਹੇ ਸਨ। ਉਹਨਾਂ ਦੇ ਵਿੱਚ ਥੋੜਾ ਜਿਹਾ ਵੀ ਫਰਕ ਨਹੀਂ ਸੀ। ਵਾਲਾਂ ਦਾ ਸਟਾਈਲ ਵੀ ਇੱਕੋ ਜਿਹਾ ਸੀ ਤੇ ਇਸ ਲਈ ਮੈਂ ਇੱਕ ਟੱਕ ਵੇਖ ਰਹੀ ਸੀ, ਕਿਉਂਕਿ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਸੀ ਕਿ ਉਹਨਾਂ ਵਿੱਚੋਂ ਕਿਹੜਾ ਮੇਰਾ ਪਤੀ ਸੀ ਤੇ ਕਿਹੜਾ ਨਹੀਂ ਹੈ। ਮੈਂ ਅੰਦਾਜ਼ਾ ਨਹੀਂ ਲਗਾ ਸਕੀ ਸੀ ਕਿ ਇੱਕ ਮੁੰਡਾ ਮੁਸਕਰਾਉਂਦਾ ਹੋਇਆ ਮੇਰੇ ਕੋਲ ਆਇਆ ਤੇ ਬੋਲਿਆ, ਦੱਸੋ ਕਿ ਤੁਹਾਡਾ ਪਤੀ ਕੌਣ ਹੈ। ਮੈਂ ਇਹ ਫੈਸਲਾ ਕਿਵੇਂ ਕਰ ਸਕਦੀ ਸੀ। ਮੈਂ ਕੀ ਇਹ ਫੈਸਲਾ ਤਾਂ ਕੋਈ ਵੀ ਨਹੀਂ ਕਰ ਸਕਦਾ ਸੀ, ਕਿਉਂਕਿ ਦੋਹਾਂ ਵਿੱਚ ਥੋੜਾ ਜਿਹਾ ਵੀ ਫਰਕ ਨਹੀਂ ਸੀ। ਅਜੇ ਮੈਂ ਸੋਚ ਹੀ ਰਹੀ ਸੀ ਕਿ ਜਵਾਬ ਦੇਵਾਂ ਜਦੋਂ ਦੂਜਾ ਮੁੰਡਾ ਵੀ ਆ ਕੇ ਮੇਰੇ ਨੇੜੇ ਬੈਠ ਗਿਆ ਤੇ ਫਿਰ ਮੇਰਾ ਹੱਥ ਫੜ ਕੇ ਕਹਿਣ ਲੱਗਾ, ਮੈਂ ਕਰਨ ਹਾਂ ਤੇ ਇਹ ਮੇਰਾ ਭਰਾ ਰਮਨ ਹੈ। ਉਸ ਮੁੰਡੇ ਨੇ ਜੋ ਕਿਹਾ ਮੈਨੂੰ ਯਕੀਨ ਨਹੀਂ ਆਇਆ। ਮੇਰੇ ਲਈ ਇਹ ਵੱਡੀ ਗੱਲ ਸੀ ਕਿ ਉਹ ਜੁੜਵਾ ਹਨ, ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਕਰਨ ਦਾ ਇੱਕ ਜੁੜਵਾ ਭਰਾ ਵੀ ਹੈ। ਮੈਨੂੰ ਇਹ ਤਾਂ ਪਤਾ ਸੀ ਕਿ ਦੋ ਭਰਾ ਹਨ, ਪਰ ਇਹ ਨਹੀਂ ਪਤਾ ਸੀ ਕਿ ਇਹ ਜੁੜਵਾ ਹੈ, ਕਿਉਂਕਿ ਜਦੋਂ ਮੇਰੀ ਸੱਸ ਰਿਸ਼ਤਾ ਦੇਖਣ ਆਈ ਸੀ ਤਾਂ ਉਸਨੇ ਕਿਹਾ ਸੀ ਕਿ ਉਸ ਦਾ ਇੱਕ ਲੜਕਾ ਵਿਦੇਸ਼ ਵਿੱਚ ਰਹਿੰਦਾ ਹੈ ਤੇ ਮੈਂ ਚਾਹੁੰਦੀ ਹਾਂ ਕਿ ਉਹ ਇੱਥੇ ਹੀ ਸੈਟਲ ਹੋ ਜਾਵੇ, ਪਰ ਉਹ ਮੇਰੀ ਨਹੀਂ ਸੁਣਦਾ ਹੈ। ਮੈਂ ਸੋਚਿਆ ਕਿ ਸ਼ਾਇਦ ਜੋ ਆਦਮੀ ਕਰਨ ਬਣ ਕੇ ਮੇਰਾ ਹੱਥ ਫੜੀ ਬੈਠਾ ਹੈ ਉਹ ਕਿਤੇ ਮੇਰਾ ਦਿਓਰ ਹੀ ਨਾ ਹੋਵੇ ਤੇ ਇਹ ਸਭ ਮਜ਼ਾਕ ਵਿੱਚ ਕਹਿ ਰਿਹਾ ਹੋਵੇ। ਮੈਂ ਬਹੁਤ ਪਰੇਸ਼ਾਨ ਸੀ। ਮੈਂ ਚੁੱਪਚਾਪ ਬੈਠੀ ਸੀ ਕਿ ਰਮਨ ਬੈੱਡ ਤੋਂ ਉੱਠ ਕੇ ਕਹਿਣ ਲੱਗਾ ਕਿ ਇਹੀ ਤੇਰਾ ਪਤੀ ਹੈ। ਭਾਬੀ, ਮੈਂ ਤਾਂ ਇੱਥੇ 1-2 ਮਹੀਨੇ ਦਾ ਮਹਿਮਾਨ ਹਾਂ, ਫਿਰ ਮੈਂ ਵਾਪਸ ਵਿਦੇਸ਼ ਚਲਾ ਜਾਵਾਂਗਾ। ਇਹ ਕਹਿ ਕੇ ਉਹ ਕਮਰੇ ਤੋਂ ਬਾਹਰ ਨਿਕਲ ਗਿਆ ਤੇ ਦਰਵਾਜ਼ੇ ਨੂੰ ਬੰਦ ਕਰ ਗਿਆ। ਮੇਰੇ ਉੱਡੇ ਹੋਏ ਰੰਗ ਨੂੰ ਦੇਖ ਕੇ ਮੇਰਾ ਪਤੀ ਹੱਸਣ ਲੱਗ ਪਿਆ ਤੇ ਕਹਿਣ ਲੱਗਾ, ਮੈਂ ਤਾਂ ਤੇਰੇ ਚਿਹਰੇ ਦੀ ਇਹੀ ਹੈਰਾਨੀ ਦੇਖਣੀ ਸੀ ਕਿ ਸਾਨੂੰ ਦੋਵਾਂ ਨੂੰ ਦੇਖ ਕੇ ਤੈਨੂੰ ਕੀ ਪਰੇਸ਼ਾਨੀ ਹੁੰਦੀ ਹੈ। ਇਹ ਕਹਿ ਕੇ ਉਸਨੇ ਆਪਣੀ ਜੇਬ ਵਿੱਚੋਂ ਇੱਕ ਬਹੁਤ ਹੀ ਸੁੰਦਰ ਮੁੰਦਰੀ ਡੱਬੀ ਵਿੱਚੋਂ ਕੱਢੀ ਤੇ ਮੈਨੂੰ ਮੁੰਦਰੀ ਪਹਿਨਾ ਦਿੱਤੀ। ਸਵੇਰੇ ਮੇਰੀ ਸੱਸ ਨੇ ਨਾਸ਼ਤੇ ਦਾ ਇੰਤਜ਼ਾਮ ਕੀਤਾ ਸੀ। ਮੈਂ ਇਹ ਜਾਣ ਕੇ ਹੈਰਾਨ ਰਹਿ ਗਈ ਕਿ ਮੇਰਾ ਦਿਓਰ ਵੀ ਮੇਰੀ ਸੱਸ ਨਾਲ ਰਸੋਈ ਵਿੱਚ ਨਾਸ਼ਤਾ ਬਣਾਉਣ ਵਿੱਚ ਰੁੱਝਿਆ ਹੋਇਆ ਸੀ। ਮੈਂ ਕਰਨ ਦੇ ਨਾਲ ਕੁਰਸੀ ਤੇ ਬੈਠੀ ਸੀ। ਰਮਨ ਮੇਰੇ ਕੋਲ ਆ ਕੇ ਕਹਿਣ ਲੱਗਾ, ਭਾਬੀ ਇਹ ਖਾਣਾ ਖਾ ਕੇ ਵੇਖੋ ਇਹ ਕਿਵੇਂ ਦਾ ਬਣਿਆ ਹੈ। ਇਹ ਕਹਿ ਕੇ ਉਹ ਕੁਰਸੀ ਤੇ ਬੈਠ ਗਿਆ ਤੇ ਬੋਲਿਆ, ਭਾਬੀ ਤੁਸੀਂ ਇਸ ਮਾਮਲੇ ਵਿੱਚ ਬਹੁਤ ਹੀ ਬਦਕਿਸਮਤ ਹੋ, ਕਿਉਂਕਿ ਕਰਨ ਤਾਂ ਚਾਹ ਦਾ ਕੱਪ ਬਣਾਉਣਾ ਵੀ ਨਹੀਂ ਜਾਣਦਾ ਹੈ, ਪਰ ਮੇਰੀ ਪਤਨੀ ਨੂੰ ਬਹੁਤ ਐਸ਼ ਹੋਵੇਗੀ ਕਿਉਂਕਿ ਮੈਂ ਸਭ ਕੁਝ ਪਕਾਉਣਾ ਜਾਣਦਾ ਹਾਂ। ਉਹ ਬਹੁਤ ਬੋਲ ਚਾਲ ਵਾਲਾ ਸੀ। ਜਦੋਂ ਤੱਕ ਨਾਸ਼ਤਾ ਕਰ ਰਿਹਾ ਸੀ ਤਾਂ ਉਸਦੀ ਜੀਭ ਕੈਂਚੀ ਵਾਂਗ ਚੱਲਦੀ ਰਹੀ। ਮੇਰੀ ਸੱਸ ਦਾ ਸੁਭਾਅ ਵੀ ਬਹੁਤ ਵਧੀਆ ਸੀ। ਉਹ ਬਹੁਤ ਜਲਦੀ ਹੀ ਮੇਰੇ ਨਾਲ ਘੁਲ ਮਿਲ ਗਈ ਸੀ। ਵਿਆਹ ਤੋਂ ਬਾਅਦ ਕਰਨ ਮੈਨੂੰ ਕੁਝ ਦਿਨਾਂ ਲਈ ਘੁਮਾਉਣ ਲੈ ਗਿਆ। ਜਦੋਂ ਅਸੀਂ ਵਾਪਸ ਆਏ ਤਾਂ ਮੈਂ ਰਸੋਈ ਦਾ ਕੰਮ ਸੰਭਾਲ ਲਿਆ। ਕਰਨ ਨਾਲ ਬਿਤਾਇਆ ਸਮਾਂ ਮੇਰੇ ਲਈ ਇੱਕ ਖੂਬਸੂਰਤ ਯਾਦ ਸੀ। ਇੱਕ ਵਾਰ ਰਾਤ ਨੂੰ ਕਰਨ ਦੇ ਆਉਣ ਤੋਂ ਪਹਿਲਾਂ ਮੈਂ ਤਿਆਰ ਹੋ ਕੇ ਇੰਤਜ਼ਾਰ ਕਰ ਰਹੀ ਸੀ, ਕਿਉਂਕਿ ਉਸਨੇ ਮੈਨੂੰ ਕਿਹਾ ਸੀ ਕਿ ਉਹ ਮੈਨੂੰ ਅੱਜ ਇੱਕ ਰੈਸਟੋਰੈਂਟ ਵਿੱਚ ਡਿਨਰ ਕਰਨ ਲਈ ਲੈ ਜਾਵੇਗਾ। ਮੇਰੀ ਸੱਸ ਨੇ ਇਜਾਜ਼ਤ ਦੇ ਦਿੱਤੀ ਸੀ। ਜਿਵੇਂ ਹੀ ਦਰਵਾਜ਼ਾ ਖੜਕਿਆ ਤਾਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਕਰਨ ਖੜਾ ਸੀ। ਮੈਂ ਉਸਦੇ ਹੱਥਾਂ ਵਿੱਚੋਂ ਦਫ਼ਤਰ ਦੀ ਫਾਈਲ ਲੈ ਕੇ ਕਿਹਾ ਕਿ ਤੁਹਾਨੂੰ ਆਪਣਾ ਵਾਅਦਾ ਤਾਂ ਯਾਦ ਹੈ ਨਾ। ਮੈਂ ਬਸ ਤਿਆਰ ਹਾਂ, ਤੁਸੀਂ ਵੀ ਤਿਆਰ ਹੋ ਜਾਵੋ ਤੇ ਫਿਰ ਆਪਣਾ ਵਾਅਦਾ ਪੂਰਾ ਕਰੋ। ਉਹ ਮੈਨੂੰ ਹੈਰਾਨੀ ਨਾਲ ਦੇਖਣ ਲੱਗਾ। ਉਸਨੇ ਪੁੱਛਿਆ, ਕਿਹੜਾ ਵਾਅਦਾ? ਮੈਂ ਉਸ ਵੱਲ ਦੇਖਦਿਆਂ ਕਿਹਾ, ਬਹਾਨੇ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਤੁਸੀਂ ਤਾਂ ਸਵੇਰੇ ਹੀ ਕਿਹਾ ਸੀ ਕਿ ਮੈਨੂੰ ਖਾਣੇ ਲਈ ਬਾਹਰ ਲੈ ਕੇ ਜਾਓਗੇ। ਇਹ ਸੁਣ ਕੇ ਉਹ ਮੁਸਕਰਾ ਕੇ ਕਹਿਣ ਲੱਗਾ, ਮੈਂ ਕਦੋਂ ਇਨਕਾਰ ਕੀਤਾ ਹੈ। ਇਸ ਤੋਂ ਬਾਅਦ ਉਸਨੇ ਕਿਹਾ, ਚਲੋ ਹੁਣੇ ਚੱਲ ਗਏ, ਕਿਤੇ ਅਜਿਹਾ ਨਾ ਹੋਵੇ
ਕਿ ਮੈਂ ਆਪਣਾ ਮਨ ਬਦਲ ਲਵਾਂ। ਮੈਂ ਕਿਹਾ, ਤੁਸੀਂ ਹੁਣੇ ਦਫ਼ਤਰ ਤੋਂ ਆਏ ਹੋ, ਘੱਟੋ ਘੱਟ 1 ਕੱਪ ਚਾਹ ਤਾਂ ਪੀ ਲਵੋ। ਪਰ ਕਰਨ ਨੂੰ ਤਾਂ ਸ਼ਾਇਦ ਜ਼ਿਆਦਾ ਹੀ ਜਲਦੀ ਸੀ। ਉਸਨੇ ਮੇਰਾ ਹੱਥ ਫੜਿਆ ਤੇ ਬਾਹਰ ਲੈ ਗਿਆ। ਅਸੀਂ ਇੱਕ ਵਧੀਆ ਰੈਸਟੋਰੈਂਟ ਵਿੱਚ ਖਾਣਾ ਖਾਧਾ ਤੇ ਮੈਨੂੰ ਆਈਸਕ੍ਰੀਮ ਵੀ ਲੈ ਕੇ ਦਿੱਤੀ। ਫਿਰ ਮੈਨੂੰ ਘਰ ਵਾਪਸ ਲੈ ਆਏ। ਜਿਵੇਂ ਹੀ ਅਸੀਂ ਘਰ ਵਿੱਚ ਦਾਖਲ ਹੋਏ ਤਾਂ ਮੇਰੀ ਸੱਸ ਦੇ ਨਾਲ ਰਮਨ ਸਾਹਮਣੇ ਹੀ ਬੈਠਾ ਸੀ। ਮੈਨੂੰ ਵੇਖ ਕੇ ਉਹ ਮੁਸਕਰਾ ਰਿਹਾ ਸੀ, ਪਰ ਮੈਨੂੰ ਉਸਦੀ ਮੁਸਕਰਾਹਟ ਦਾ ਕਾਰਨ ਸਮਝ ਨਹੀਂ ਆ ਰਿਹਾ ਸੀ। ਇਸ ਤੋਂ ਬਾਅਦ ਕਰਨ ਉੱਚੀ ਉੱਚੀ ਹੱਸਣ ਲੱਗਾ ਤੇ ਹੱਸਦਾ ਹੱਸਦਾ ਉਹ ਜਾ ਕੇ ਮੇਰੀ ਸੱਸ ਕੋਲ ਬੈਠ ਗਿਆ। ਕਰਨ ਰਮਨ ਨੂੰ ਕਹਿਣ ਲੱਗਾ, ਤੈਨੂੰ ਸ਼ਰਮ ਨਹੀਂ ਆਉਂਦੀ? ਜੇ ਤੁਸੀਂ ਮੇਰੇ ਵਰਗੇ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਮੇਰੀ ਪਤਨੀ ਦੇ ਨਾਲ ਕਿਤੇ ਵੀ ਚਲੇ ਜਾਓ। ਇਹ ਸੁਣ ਕੇ ਮੈਂ ਹੈਰਾਨ ਹੋ ਗਈ। ਜਿਸ ਨਾਲ ਮੈਂ ਰਾਤ ਦਾ ਖਾਣਾ ਖਾ ਕੇ ਆਈ ਸੀ ਉਹ ਮੇਰਾ ਪਤੀ ਕਰਨ ਨਹੀਂ, ਮੇਰਾ ਦਿਓਰ ਰਮਨ ਸੀ। ਪਰ ਉਸਨੇ ਮੈਨੂੰ ਥੋੜਾ ਜਿਹਾ ਵੀ ਸ਼ੱਕ ਨਹੀਂ ਹੋਣ ਦਿੱਤਾ ਕਿ ਉਹ ਕਰਨ ਨਹੀਂ ਹੈ। ਮੈਂ ਘੂਰ ਕੇ ਕਰਨ ਵੱਲ ਦੇਖਿਆ ਤਾਂ ਉਹ ਫਿਰ ਹੱਸਣ ਲੱਗ ਪਿਆ ਤੇ ਕਹਿਣ ਲੱਗਾ, ਤੁਹਾਨੂੰ ਬਹੁਤ ਭੁੱਲਣ ਵਾਲੀ ਪਤਨੀ ਮਿਲੀ ਹੈ। ਕਰਨ ਇਸ ਨੂੰ ਥੋੜਾ ਜਿਹਾ ਵੀ ਸ਼ੱਕ ਨਹੀਂ ਹੋਇਆ ਕਿ ਮੈਂ ਇਸ ਦਾ ਪਤੀ ਨਹੀਂ, ਦਿਓਰ ਹਾਂ। ਇਹ ਸੁਣ ਕੇ ਮੈਂ ਹੁਣ ਡਰਨ ਲੱਗ ਪਈ ਸੀ। ਕਰਨ ਜਦੋਂ ਵੀ ਕਹਿੰਦਾ ਕਿ ਉਹ ਮੈਨੂੰ ਬਾਹਰ ਲੈ ਕੇ ਜਾਣਾ ਚਾਹੁੰਦਾ ਹੈ ਤਾਂ ਮੈਂ ਝੱਟ ਇਨਕਾਰ ਕਰ ਦਿੰਦੀ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਰਾਤ ਨੂੰ ਆਉਣ ਵਾਲਾ ਕਰਨ ਹੋਵੇਗਾ ਜਾਂ ਰਮਨ। ਮੇਰੇ ਵਿਆਹ ਨੂੰ ਅਜੇ ਮਹੀਨਾ ਹੀ ਬੀਤਿਆ ਸੀ ਕਿ ਮੈਨੂੰ ਚੱਕਰ ਵੀ ਆਉਣੇ ਸ਼ੁਰੂ ਹੋ ਗਏ। ਮੇਰੀ ਸੱਸ ਮੈਨੂੰ ਹਸਪਤਾਲ ਲੈ ਗਈ ਤਾਂ ਡਾਕਟਰ ਨੇ ਮੈਨੂੰ ਖੁਸ਼ਖਬਰੀ ਸੁਣਾਈ ਤੇ ਜਦੋਂ ਕਰਨ ਨੂੰ ਇਸ ਖਬਰ ਬਾਰੇ ਪਤਾ ਲੱਗਾ ਤਾਂ ਉਹ ਮੇਰੇ ਤੋਂ ਵੀ ਜ਼ਿਆਦਾ ਖੁਸ਼ ਸੀ। ਕਹਿਣ ਲੱਗਾ, ਵਿਆਹ ਨੂੰ 1 ਮਹੀਨਾ ਹੋ ਗਿਆ ਹੈ ਪਰ ਤੂੰ ਇੱਕ ਵਾਰ ਵੀ ਆਪਣੇ ਪੇਕੇ ਘਰ ਨਹੀਂ ਗਈ। ਕੁਝ ਦਿਨ ਆਪਣੇ ਪੇਕੇ ਘਰ ਰਹਿ ਆਵੋ। ਮੈਂ ਆਪਣੇ ਪੇਕੇ ਘਰ ਚਲੀ ਗਈ। 15 ਦਿਨਾਂ ਬਾਅਦ ਜਦੋਂ ਕਰਨ ਮੈਨੂੰ ਲੈਣ ਆਇਆ ਤਾਂ ਉਸਦੇ ਚਿਹਰੇ ਤੇ ਇੱਕ ਅਜੀਬ ਜੀ ਉਦਾਸੀ ਸੀ। ਉਹ ਬਹੁਤ ਉਦਾਸ ਨਜ਼ਰ ਆ ਰਿਹਾ ਸੀ। ਮੈਂ ਉਸਨੂੰ ਪੁੱਛਿਆ, ਤੁਹਾਨੂੰ ਕੀ ਹੋ ਗਿਆ ਹੈ? ਮੇਰੇ ਤੋਂ ਬਿਨਾਂ ਤੁਸੀਂ ਉਦਾਸ ਹੋ ਗਏ ਹੋ? ਜਿਹੜਾ ਇਹ ਹਾਲ ਕੀਤਾ ਹੋਇਆ ਹੈ। ਮੇਰੀ ਗੱਲ ਸੁਣ ਕੇ ਉਸਦੇ ਚਿਹਰੇ ਤੇ ਹਲਕੀ ਜੀ ਮੁਸਕਾਨ ਆ ਗਈ ਤੇ ਕਹਿਣ ਲੱਗਾ, ਮੈਂ ਤੇਰੇ ਬਿਨਾਂ ਬਹੁਤ ਉਦਾਸ ਸੀ, ਇਸ ਲਈ ਮੇਰੀ ਹਾਲਤ ਇਹੋ ਜੀ ਹੋ ਗਈ ਹੈ। ਮੈਂ ਉਹਦੇ ਨਾਲ ਵਾਪਸ ਆ ਗਈ। ਮੈਂ ਸੋਚਿਆ ਕਿ ਉਹ ਮੈਨੂੰ ਉਹਨਾਂ ਦਿਨਾਂ ਦੀ ਹਰ ਇੱਕ ਗੱਲ ਦੱਸ ਦੇਵੇਗਾ ਜੋ ਉਸਨੇ ਮੇਰੇ ਬਿਨਾਂ ਗੁਜ਼ਾਰੇ ਸੀ, ਪਰ ਉਹ ਚੁੱਪਚਾਪ ਜਾ ਕੇ ਸੋਫੇ ਤੇ ਲੇਟ ਗਿਆ। ਮੈਂ ਇਹ ਦੇਖ ਕੇ ਹੈਰਾਨ ਰਹਿ ਗਈ। ਮੈਂ ਕਿਹਾ, ਕਰਨ ਤੁਸੀਂ ਸੋਫੇ ਤੇ ਕਿਉਂ ਲੇਟੇ ਹੋ? ਤਾਂ ਉਸਨੇ ਕਿਹਾ, ਮੇਰਾ ਸਿਰ ਦਰਦ ਹੈ, ਮੈਂ ਸੌਣਾ ਚਾਹੁੰਦਾ ਹਾਂ, ਤੁਸੀਂ ਵੀ ਆਰਾਮ ਕਰ ਲਵੋ। ਪਰ ਮੈਂ ਉੱਠ ਕੇ ਉਸਦੇ ਨੇੜੇ ਆ ਗਈ। ਮੈਨੂੰ ਆਪਣੇ ਨੇੜੇ ਦੇਖ ਕੇ ਉਹ ਉੱਠ ਕੇ ਬੈਠ ਗਿਆ ਤੇ ਪੁੱਛਣ ਲੱਗਾ, ਤੈਨੂੰ ਕੀ ਹੋਇਆ? ਮੈਂ ਕਿਹਾ, ਕਰਨ ਮੇਰੇ ਨਾਲ ਗੁੱਸੇ ਹੋ ਕਿ ਮੈਂ ਆਪਣੇ ਪੇਕੇ ਘਰ ਇੰਨੇ ਦਿਨ ਕਿਉਂ ਰਹੀ ਹਾਂ, ਇਸ ਲਈ ਤੁਸੀਂ ਸੋਫੇ ਤੇ ਸੌਂ ਰਹੇ ਹੋ। ਨਾ ਚਾਹੁੰਦੇ ਹੋਏ ਵੀ ਮੇਰੀਆਂ ਅੱਖਾਂ ਨਮ ਹੋ ਗਈਆਂ ਸੀ। ਮੈਂ ਉਸਨੂੰ ਆਪਣਾ ਪਿਆਰ ਜ਼ਾਹਰ ਕਰਨਾ ਚਾਹੁੰਦੀ ਸੀ ਪਰ ਉਹ ਮੂੰਹ ਮੋੜ ਕੇ ਸੌਣ ਦੀ ਤਿਆਰੀ ਕਰ ਰਹੇ ਸੀ। ਮੈਨੂੰ ਦੇਖ ਕੇ ਉਹ ਕਹਿਣ ਲੱਗਾ, ਨਹੀਂ ਨਹੀਂ, ਮੈਂ ਕਿਉਂ ਨਾਰਾਜ਼ ਹੋਵਾਂਗਾ, ਤੁਹਾਡਾ ਹੱਕ ਬਣਦਾ ਹੈ ਪੇਕੇ ਘਰ ਜਾਣ ਦਾ। ਫਿਰ ਕਹਿਣ ਲੱਗੇ, ਮੈਂ ਤੇਰੇ ਡਾਕਟਰ ਨੂੰ ਮਿਲ ਕੇ ਆਇਆ ਹਾਂ। ਉਹ ਕਹਿ ਰਹੇ ਸੀ, ਤੁਹਾਡੀ ਪਤਨੀ ਬਹੁਤ ਕਮਜ਼ੋਰ ਹੈ, ਇਸ ਲਈ ਬਿਹਤਰ ਇਹ ਹੋਵੇਗਾ ਜਦੋਂ ਤੱਕ ਬੱਚੇ ਦਾ ਜਨਮ ਨਹੀਂ ਹੋ ਜਾਂਦਾ ਤੁਸੀਂ ਆਪਣੀ ਪਤਨੀ ਤੋਂ ਦੂਰ ਰਹੋ, ਨਹੀਂ ਤਾਂ ਕੋਈ ਵੀ ਨੁਕਸਾਨ ਹੋ ਸਕਦਾ ਹੈ। ਕਰਨ ਦੀ ਗੱਲ ਸੁਣ ਕੇ ਮੈਂ ਵੀ ਪਰੇਸ਼ਾਨ ਹੋ ਗਈ ਸੀ, ਇਸ ਲਈ ਮੈਂ ਚਾਹੁੰਦਾ ਹਾਂ ਕਿ ਇਹ ਪੂਰਾ ਸਮਾਂ ਵਧੀਆ ਲੰਘ ਜਾਵੇ। ਤੁਸੀਂ ਆਰਾਮ ਨਾਲ ਬੈੱਡ ਤੇ ਸੌਂ ਜਾਵੋ, ਮੈਂ ਸੋਫੇ ਤੇ ਸੌਂ ਜਾਵਾਂਗਾ। ਸਵੇਰੇ ਜਿਵੇਂ ਹੀ ਕਰਨ ਦਫ਼ਤਰ ਗਿਆ, ਕੁਝ ਦੇਰ ਬਾਅਦ ਰਮਨ ਘਰ ਆ ਗਿਆ। ਉਹ ਬੜਾ ਹੀ ਚੁੱਪਚਾਪ ਸੀ ਤੇ ਮੇਰੀ ਸੱਸ ਦੇ ਕੋਲ ਬੈਠ ਕੇ ਕਹਿਣ ਲੱਗਾ, ਮਾਂ ਮੈਨੂੰ ਹੁਣ ਵਾਪਸ ਜਾਣ ਦੀ ਇਜਾਜ਼ਤ ਦਿਓ। ਤੁਸੀਂ ਕਿਉਂ ਮੈਨੂੰ ਰੋਕ ਰੱਖਿਆ ਹੈ? ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਹਾਂ ਮੈਂ ਵਾਪਸ ਵਿਦੇਸ਼ ਹੀ ਜਾਵਾਂਗਾ ਤੇ ਉੱਥੇ ਹੀ ਰਹਾਂਗਾ। ਫਿਰ ਸੱਸ ਕਹਿਣ ਲੱਗੀ, ਜਦੋਂ ਤੱਕ ਤੇਰਾ ਵਿਆਹ ਨਹੀਂ ਹੋ ਜਾਂਦਾ ਮੈਂ ਤੈਨੂੰ ਨਹੀਂ ਜਾਣ ਦਿਆਂਗੀ। ਉਹ ਕਹਿਣ ਲੱਗਾ, ਮੈਂ ਅਜੇ 2-4 ਸਾਲ ਵਿਆਹ ਨਹੀਂ ਕਰਵਾਉਣਾ, ਜਦੋਂ ਮੈਂ ਵਿਆਹ ਕਰਵਾਉਣਾ ਹੋਇਆ ਵਾਪਸ ਆ ਜਾਵਾਂਗਾ। ਮੇਰੀ ਸੱਸ ਇਹ ਗੱਲ ਸੁਣ ਕੇ ਰੋਣ ਲੱਗੀ ਤਾਂ ਰਮਨ ਨੇ ਉਸਨੂੰ ਆਪਣੇ ਗਲੇ ਨਾਲ ਲਗਾ ਲਿਆ। ਮੇਰੀ ਸੱਸ ਕਹਿਣ ਲੱਗੀ, ਤੁਸੀਂ 2 ਹੀ ਤਾਂ ਪੁੱਤਰ ਹੋ ਮੇਰੇ, ਹੋਰ ਕੋਈ ਔਲਾਦ ਤਾਂ ਨਹੀਂ। ਮੈਂ ਤੁਹਾਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਣਾ ਚਾਹੁੰਦੀ ਹਾਂ। ਤੁਸੀਂ ਇੰਨੀ ਦੂਰ ਵਿਦੇਸ਼ ਚਲੇ ਜਾਂਦੇ ਹੋ ਤੇ ਫਿਰ 3-4 ਸਾਲ ਬਾਅਦ ਆਪਣੀ ਸ਼ਕਲ ਦਿਖਾਉਂਦੇ ਹੋ। ਮੇਰੀ ਸੱਸ ਵੀ ਆਪਣੀ ਥਾਂ ਤੇ ਸਹੀ ਸੀ। ਰਮਨ ਨੂੰ ਚਾਹੀਦਾ ਸੀ
ਕਿ ਉਹ ਵੀ ਇੱਥੇ ਹੀ ਸੈਟਲ ਹੋ ਜਾਵੇ। ਫਿਰ ਉਹ ਮੇਰੇ ਵੱਲ ਦੇਖ ਕੇ ਕਹਿਣ ਲੱਗਾ, ਭਾਬੀ ਤੁਸੀਂ ਹੀ ਮਾਂ ਨੂੰ ਸਮਝਾਓ। ਮੈਂ ਕਿਹਾ, ਮਾਂ ਆਪਣੀ ਥਾਂ ਠੀਕ ਹੈ, ਤੁਸੀਂ ਹੀ ਜਿੱਦ ਤੇ ਅੜੇ ਹੋਏ ਹੋ। ਜਦੋਂ ਉਹ ਨਹੀਂ ਚਾਹੁੰਦੀ ਕਿ ਤੁਸੀਂ ਵਿਦੇਸ਼ ਜਾਵੋ ਤਾਂ ਫਿਰ ਇੱਥੇ ਹੀ ਕੋਈ ਨੌਕਰੀ ਕਰ ਲਵੋ। ਮੇਰੀ ਗੱਲ ਸੁਣ ਕੇ ਕਹਿਣ ਲੱਗਾ, ਭਾਬੀ ਤੁਸੀਂ ਮਾਂ ਨੂੰ ਸਮਝਾਉਣ ਦੀ ਬਜਾਏ ਮੈਨੂੰ ਹੀ ਕਹਿ ਰਹੇ ਹੋ। ਰਹਿਣ ਦਿਓ ਭਾਬੀ, ਤੁਹਾਡੇ ਵੱਸ ਦੀ ਗੱਲ ਨਹੀਂ ਹੈ। ਮੈਂ ਕਰਨ ਨੂੰ ਕਹਾਂਗਾ ਕਿ ਮਾਂ ਨੂੰ ਸਮਝਾਵੇ, ਕਿਉਂਕਿ ਮੈਂ ਹਰ ਹਾਲ ਵਿੱਚ ਵਿਦੇਸ਼ ਜਾਣਾ ਹੈ। ਰਮਨ ਇਹ ਕਹਿ ਕੇ ਖੜਾ ਹੋ ਗਿਆ। ਫਿਰ ਮੇਰੀ ਸੱਸ ਕਹਿਣ ਲੱਗੀ, ਠੀਕ ਹੈ, ਮੇਰਾ ਮਰੀ ਹੋਈ ਦਾ ਮੂੰਹ ਦੇਖ ਕੇ ਜਾਵੀਂ। ਇਹ ਗੱਲ ਸੁਣ ਕੇ ਰਮਨ ਨੇ ਮੁੜ ਕੇ ਆਪਣੀ ਮਾਂ ਵੱਲ ਦੇਖਿਆ ਤੇ ਉਹ ਅਜੇ ਵੀ ਰੋ ਰਹੀ ਸੀ। ਫਿਰ ਰਮਨ ਕਮਰੇ ਵਿੱਚ ਚਲਾ ਗਿਆ ਤੇ ਕੁਝ ਸਮੇਂ ਬਾਅਦ ਵਾਪਸ ਆਇਆ ਤੇ ਹੱਥ ਵਿੱਚ ਫਾਈਲ ਫੜੀ ਸੀ। ਮੇਰੀ ਸੱਸ ਨੇ ਗੁੱਸੇ ਨਾਲ ਪੁੱਛਿਆ, ਇਹ ਕਿਸ ਚੀਜ਼ ਦੀ ਫਾਈਲ ਹੈ? ਤੂੰ ਅਜੇ ਵੀ ਨਹੀਂ ਟਲਦਾ, ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਹੈ। ਨਹੀਂ ਮਾਂ, ਮੈਂ ਇੱਥੇ ਨੌਕਰੀ ਲੱਭਣ ਲੱਗਾ ਹਾਂ। ਤੁਸੀਂ ਨਹੀਂ ਚਾਹੁੰਦੇ, ਇਸ ਲਈ ਮੈਂ ਨਹੀਂ ਜਾ ਰਿਹਾ। ਇਹ ਗੱਲ ਸੁਣ ਕੇ ਮੇਰੀ ਸੱਸ ਖੁਸ਼ ਹੋ ਗਈ। ਰਾਤ ਨੂੰ ਕਰਨ ਆਪਣਾ ਸਿਰਹਾਣਾ ਚੁੱਕ ਕੇ ਸੋਫੇ ਵੱਲ ਜਾਣ ਲੱਗਾ। ਮੈਂ ਉਸਦਾ ਹੱਥ ਫੜ ਲਿਆ। ਮੈਂ ਕਿਹਾ, ਇੱਥੇ ਮੇਰੇ ਕੋਲ ਬੈਠੋ, ਮੈਂ ਤੁਹਾਡੇ ਨਾਲ ਕੋਈ ਗੱਲ ਕਰਨਾ ਚਾਹੁੰਦੀ ਹਾਂ। ਉਹ ਮੇਰੇ ਕੋਲ ਬੈਠ ਗਿਆ। ਮੈਂ ਕਿਹਾ, ਕੁਝ ਮਹੀਨੇ ਹੀ ਬਾਕੀ ਹਨ ਨਵੇਂ ਮਹਿਮਾਨ ਦੇ ਆਉਣ ਵਿੱਚ, ਇਸ ਲਈ ਸਾਨੂੰ ਹੁਣ ਉਸ ਲਈ ਸ਼ਾਪਿੰਗ ਕਰਨੀ ਚਾਹੀਦੀ ਹੈ। ਇਹ ਕਹਿ ਕੇ ਮੈਂ ਕਰਨ ਦੇ ਮੋਢੇ ਤੇ ਸਿਰ ਰੱਖ ਲਿਆ, ਪਰ ਮੈਨੂੰ ਉਮੀਦ ਨਹੀਂ ਸੀ ਕਿ ਉਹ ਇੱਕ ਝਟਕੇ ਨਾਲ ਮੇਰੇ ਤੋਂ ਪਿੱਛੇ ਹਟ ਜਾਵੇਗਾ। ਉਸਦੀ ਇਹ ਹਰਕਤ ਦੇਖ ਕੇ ਮੈਂ ਹੈਰਾਨ ਰਹਿ ਗਈ। ਮੈਂ ਕਿਹਾ, ਤੁਹਾਨੂੰ ਕੀ ਹੋਇਆ? ਉਹ ਕੁਝ ਨਹੀਂ ਬੋਲਿਆ। ਫਿਰ ਉਸਨੇ ਕਿਹਾ, ਮੈਂ ਤੁਹਾਨੂੰ ਪੈਸੇ ਦੇ ਦੇਵਾਂਗਾ, ਤੁਸੀਂ ਜੋ ਚਾਹੋ ਖਰੀਦ ਲੈਣਾ, ਪਰ ਇੰਨੇ ਦਿਨੀ ਮੈਂ ਦਫ਼ਤਰ ਵਿੱਚ ਰੁੱਝਿਆ ਹੋਇਆ ਹਾਂ, ਇਸ ਲਈ ਮੈਂ ਤੁਹਾਡੇ ਨਾਲ ਕਿਤੇ ਵੀ ਨਹੀਂ ਜਾ ਸਕਦਾ ਹਾਂ। ਮੈਂ ਸਵੇਰੇ ਥੋੜੀ ਦੇਰ ਨਾਲ ਉੱਠੀ ਸੀ। ਜਦੋਂ ਮੈਂ ਵੇਖਿਆ ਤਾਂ ਕਰਨ ਉਦੋਂ ਦਫ਼ਤਰ ਚਲਾ ਗਿਆ ਸੀ। ਜਦੋਂ ਤੋਂ ਮੈਂ ਗਰਭਵਤੀ ਹੋਈ ਸੀ, ਕਰਨ ਮੈਨੂੰ ਕੋਈ ਕੰਮ ਨਹੀਂ ਕਹਿੰਦਾ ਸੀ ਤੇ ਦਫ਼ਤਰ ਵੀ ਆਪੇ ਹੀ ਚਲਾ ਜਾਂਦਾ ਸੀ। ਮੇਰਾ ਧਿਆਨ ਵੀ ਰੱਖਦਾ ਸੀ। ਦੁਪਹਿਰ ਨੂੰ ਜਦੋਂ ਰਮਨ ਘਰ ਆਇਆ ਤਾਂ ਉਸਨੇ ਕਿਹਾ ਕਿ ਉਸਨੂੰ ਨੌਕਰੀ ਮਿਲ ਗਈ ਹੈ। ਇਹ ਸੁਣ ਕੇ ਮੇਰੀ ਸੱਸ ਖੁਸ਼ ਹੋ ਗਈ। ਉਹਨਾਂ ਨੇ ਰਮਨ ਦੇ ਸਿਰ ਤੇ ਹੱਥ ਰੱਖ ਕੇ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ। ਫਿਰ ਉਸਨੇ ਮੈਨੂੰ ਕਿਹਾ ਕਿ ਹੁਣ ਜਲਦੀ ਆਪਣੀ ਦਰਾਣੀ ਲੱਭੋ, ਮੈਂ ਇਸ ਮਹੀਨੇ ਵਿੱਚ ਇਸ ਦਾ ਵੀ ਵਿਆਹ ਕਰ ਦੇਵਾਂਗੀ। ਇਹ ਸੁਣ ਕੇ ਰਮਨ ਨੂੰ ਗੁੱਸਾ ਆ ਗਿਆ। ਇਹ ਕਹਿਣ ਲੱਗਾ, ਮੈਂ ਨਹੀਂ ਕਰਵਾਉਣਾ ਵਿਆਹ, ਸਮਝ ਗਏ? ਹੁਣ ਜੇ ਤੁਸੀਂ ਅਜਿਹੀ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਮੈਂ ਵਿਦੇਸ਼ ਵਾਪਸ ਚਲਾ ਜਾਵਾਂਗਾ, ਭਾਵੇਂ ਤੁਸੀਂ ਨਾਰਾਜ਼ ਹੋਵੋ ਜਾਂ ਨਾ। ਮੈਂ ਸੋਚਿਆ ਸ਼ਾਇਦ ਕਿਸੇ ਕੁੜੀ ਨੂੰ ਪਸੰਦ ਕਰਦਾ ਹੋਵੇਗਾ, ਤਾਂ ਹੀ ਉਹ ਇੰਨੇ ਗੁੱਸੇ ਨਾਲ ਗੱਲ ਕਰ ਰਿਹਾ ਹੈ। ਮੈਂ ਸੋਚਿਆ ਕਿ ਮੈਂ ਉਸਨੂੰ ਪੁੱਛ ਲਵਾਂ, ਇਸ ਲਈ ਸ਼ਾਮ ਨੂੰ ਚਾਹ ਬਣਾ ਕੇ ਮੈਂ ਉਸਦੇ ਕਮਰੇ ਵਿੱਚ ਗਈ। ਮੈਨੂੰ ਦੇਖ ਕੇ ਉਹ ਬੈਠ ਕੇ ਖਾਣਾ ਖਾਣ ਲੱਗ ਪਿਆ। ਭਾਬੀ, ਇੱਥੇ ਆਉਣ ਦੀ ਕੀ ਲੋੜ ਸੀ? ਮੈਂ ਆਪ ਬਾਹਰ ਆ ਜਾਂਦਾ। ਆਪਣਾ ਖਿਆਲ ਰੱਖਿਆ ਕਰੋ, ਤੁਸੀਂ ਮੇਰੇ ਲਈ ਚਾਹ ਲੈ ਕੇ ਆ ਰਹੇ ਹੋ। ਮੈਂ ਕਿਹਾ, ਕੋਈ ਗੱਲ ਨਹੀਂ, ਇਹ ਕੋਈ ਵੱਡਾ ਕੰਮ ਨਹੀਂ ਹੈ। ਇਹ ਕਹਿ ਕੇ ਮੈਂ ਉਸਦੇ ਬੈੱਡ ਤੇ ਉਸਦੇ ਕੋਲ ਬੈਠ ਗਈ। ਉਸਨੇ ਪੁੱਛਿਆ, ਭਾਬੀ ਕੀ ਗੱਲ ਹੈ? ਮੈਂ ਕਿਹਾ, ਤੈਨੂੰ ਇੱਕ ਗੱਲ ਪੁੱਛਾਂ, ਤੂੰ ਸੱਚ ਦੱਸੇਗਾ? ਮੈਂ ਕਿਹਾ, ਤੈਨੂੰ ਬਾਹਰ ਕੋਈ ਕੁੜੀ ਪਸੰਦ ਹੈ ਜਿਹੜਾ ਤੂੰ ਵਿਆਹ ਨਹੀਂ ਕਰਨਾ ਚਾਹੁੰਦਾ? ਮੇਰੀ ਗੱਲ ਸੁਣ ਕੇ ਕੁਝ ਸਮੇਂ ਲਈ ਉਸਨੇ ਮੇਰੇ ਵੱਲ ਦੇਖਿਆ ਤੇ ਫਿਰ ਕਿਹਾ, ਹਾਂ, ਮੈਨੂੰ ਇੱਕ ਕੁੜੀ ਪਸੰਦ ਹੈ ਤੇ ਮੈਂ ਉਸ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਮੈਂ ਇਹ ਸੁਣ ਕੇ ਮੁਸਕਰਾਉਣ ਲੱਗ ਪਈ। ਮੈਂ ਕਿਹਾ, ਠੀਕ ਹੈ, ਮੈਂ ਉਸ ਕੁੜੀ ਨਾਲ ਤੇਰਾ ਵਿਆਹ ਕਰਵਾਉਣ ਲਈ ਮਾਂ ਨੂੰ ਮਨਾ ਲਵਾਂਗੀ। ਉਸਨੇ ਕਿਹਾ, ਉਹ ਕਦੇ ਵੀ ਇੱਥੇ ਨਹੀਂ ਆਵੇਗੀ, ਇਸ ਲਈ ਤੁਸੀਂ ਮਾਂ ਨੂੰ ਮਨਾਉਣ ਦੀ ਕੋਸ਼ਿਸ਼ ਨਾ ਕਰਨਾ। ਮੈਨੂੰ ਇੱਥੋਂ ਜਾਣ ਦਿਓ। ਇਹ ਸੁਣ ਕੇ ਮੈਂ ਵੀ ਪਰੇਸ਼ਾਨ ਹੋ ਗਈ ਸੀ, ਕਿਉਂਕਿ ਮਾਂ ਕਦੇ ਵੀ ਇਸ ਗੱਲ ਲਈ ਨਹੀਂ ਮੰਨੇਗੀ। ਕੁਝ ਮਹੀਨਿਆਂ ਬਾਅਦ ਮੈਂ ਬੱਚੇ ਨੂੰ ਜਨਮ ਦਿੱਤਾ। ਮੈਂ ਬਹੁਤ ਖੁਸ਼ ਸੀ ਤੇ ਮੇਰੀ ਸੱਸ ਆਪਣੇ ਪੋਤੇ ਨੂੰ ਦੇਖ ਕੇ ਖੁਸ਼ ਹੋ ਰਹੀ ਸੀ, ਪਰ ਕਰਨ ਬਹੁਤ ਚੁੱਪ ਸੀ। ਉਹ ਵਾਰ-ਵਾਰ ਬੱਚੇ ਵੱਲ ਵੇਖਦਾ ਤੇ ਫਿਰ ਦੂਰ ਹੋ ਜਾਂਦਾ। ਮੇਰਾ ਮੁੰਡਾ 2 ਮਹੀਨੇ ਦਾ ਹੋ ਗਿਆ ਸੀ। ਮੈਂ ਨੋਟ ਕੀਤਾ ਕਿ ਕਰਨ ਹਜੇ ਵੀ ਸੋਫੇ ਤੇ ਹੀ ਸੌਂਦਾ ਸੀ। ਉਹ ਕਹਿੰਦਾ ਸੀ ਕਿ ਜੇ ਮੈਂ ਬੈੱਡ ਤੇ ਸੌਵਾਂਗਾ ਤਾਂ ਮੇਰਾ ਬੇਟਾ ਪਰੇਸ਼ਾਨ ਹੋਵੇਗਾ, ਪਰ ਮੇਰਾ ਸਬਰ ਜਵਾਬ ਦੇ ਗਿਆ ਸੀ। ਮੈਂ ਕਰਨ ਨੂੰ ਕਿਹਾ, ਅੱਜ ਤੁਸੀਂ ਮੇਰੇ ਨਾਲ ਬੈੱਡ ਤੇ ਸੌਵੋਗੇ, ਮੈਂ ਕੁਝ ਨਹੀਂ ਜਾਣਦੀ। ਇਹ ਗੱਲ ਸੁਣ ਕੇ ਉਹਨਾਂ ਦੇ ਚਿਹਰੇ ਦਾ ਰੰਗ ਉੱਡ ਗਿਆ। ਮੈਂ ਉਹਨਾਂ ਦਾ ਹੱਥ ਫੜ ਕੇ ਕਿਹਾ, ਅੱਜ ਕੋਈ ਬਹਾਨਾ ਨਹੀਂ ਚੱਲੇਗਾ, ਤੁਸੀਂ ਕਿਉਂ ਮੇਰੇ ਤੋਂ ਦੂਰ ਰਹਿੰਦੇ ਹੋ? ਤਾਂ ਉਸਨੇ ਮੇਰਾ ਹੱਥ ਆਪਣੇ ਹੱਥ ਤੋਂ ਹਟਾ ਦਿੱਤਾ ਤੇ ਅੱਖਾਂ ਦੇ ਵਿੱਚ ਹੰਝੂ ਆ ਗਏ ਤੇ ਕਹਿਣ ਲੱਗਾ,
ਮੈਂ ਸਬਰ ਕਰਕੇ ਥੱਕ ਗਿਆ ਹਾਂ। ਮੈਨੂੰ ਕੁਝ ਸਮਝ ਨਹੀਂ ਆਇਆ ਕਿ ਉਹ ਕੀ ਕਹਿ ਰਹੇ ਸਨ। ਫਿਰ ਉਹਨਾਂ ਨੇ ਕਿਹਾ, ਮੈਂ ਕਰਨ ਨਹੀਂ, ਰਮਨ ਹਾਂ। ਇਹ ਗੱਲ ਸੁਣ ਕੇ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਇੰਨਾ ਵੱਡਾ ਮਜ਼ਾਕ ਇਹ ਕਿਵੇਂ ਕਰ ਸਕਦਾ ਹੈ? ਤੇ ਰਾਤ ਦੇ ਇਸ ਸਮੇਂ ਕਰਨ ਨੇ ਉਸ ਨੂੰ ਇਜਾਜ਼ਤ ਕਿਵੇਂ ਦਿੱਤੀ ਮੇਰੇ ਕਮਰੇ ਵਿੱਚ ਆਉਣ ਦੀ? ਮੈਂ ਕਿਹਾ, ਤੈਨੂੰ ਸ਼ਰਮ ਨਹੀਂ ਆਉਂਦੀ? ਤੁਸੀਂ ਇਸ ਸਮੇਂ ਮੇਰੇ ਕਮਰੇ ਵਿੱਚ ਕੀ ਕਰ ਰਹੇ ਹੋ? ਹੁਣ ਮੈਂ ਕਰਨ ਨਾਲ ਕਦੀ ਗੱਲ ਨਹੀਂ ਕਰਾਂਗੀ। ਇਹ ਕਹਿ ਕੇ ਮੈਂ ਬਾਹਰ ਜਾਣ ਲੱਗੀ ਤਾਂ ਉਸਨੇ ਮੇਰਾ ਹੱਥ ਫੜ ਲਿਆ। ਕਹਿਣ ਲੱਗਾ, ਭਾਬੀ ਪਹਿਲਾਂ ਮੇਰੀ ਗੱਲ ਸੁਣ ਲਓ। ਜੋ ਖਬਰ ਉਸਨੇ ਮੈਨੂੰ ਸੁਣਾਈ ਸੁਣ ਕੇ ਮੇਰੇ ਹੋਸ਼ ਉੱਡ ਗਏ। ਕਹਿਣ ਲੱਗਾ, ਜਦੋਂ ਤੁਸੀਂ ਆਪਣੇ ਪੇਕੇ ਗਏ ਸੀ ਉਸ ਸਮੇਂ ਮੈਂ ਤੇ ਕਰਨ ਦੋਵੇਂ ਦੂਜੇ ਸ਼ਹਿਰ ਗੱਡੀ ਤੇ ਜਾ ਰਹੇ ਸੀ ਤਾਂ ਰਸਤੇ ਵਿੱਚ ਸਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ। ਫਿਰ ਉਹ ਉੱਚੀ ਉੱਚੀ ਰੋ ਕੇ ਕਹਿਣ ਲੱਗਾ, ਕਰਨ ਉਸ ਸਮੇਂ ਮਰ ਗਿਆ ਸੀ। ਇਹ ਸੁਣ ਕੇ ਮੈਂ ਕਈ ਕਦਮ ਪਿੱਛੇ ਹਟ ਗਈ ਤੇ ਆਪਣੇ ਮੂੰਹ ਤੇ ਹੱਥ ਰੱਖ ਲਿਆ। ਮੈਨੂੰ ਇੰਜ ਲੱਗਾ ਜਿਵੇਂ ਮੌਤ ਦੀ ਸਜ਼ਾ ਸੁਣਾ ਰਿਹਾ ਹੋਵੇ। ਮੈਂ ਕਿਹਾ, ਤੁਸੀਂ ਝੂਠ ਬੋਲ ਰਹੇ ਹੋ, ਇੰਜ ਨਹੀਂ ਹੋ ਸਕਦਾ ਹੈ, ਮੈਂ ਤਾਂ ਰੋਜ਼ਾਨਾ। ਇਹ ਕਹਿ ਕੇ ਮੈਂ ਚੁੱਪ ਹੋ ਗਈ। ਮੈਨੂੰ ਯਾਦ ਆਇਆ ਕਿ ਮੈਂ 9 ਮਹੀਨਿਆਂ ਤੋਂ ਕਰਨ ਤੇ ਰਮਨ ਨੂੰ ਇਕੱਠੇ ਨਹੀਂ ਵੇਖਿਆ ਸੀ। ਕਰਨ ਦੇ ਦਫ਼ਤਰ ਜਾਣ ਤੋਂ ਬਾਅਦ ਰਮਨ ਆਉਂਦਾ ਸੀ ਤੇ ਰਾਤ ਨੂੰ ਜਦੋਂ ਕਰਨ ਆਉਂਦਾ ਤਾਂ ਇਹ ਕਹਿੰਦਾ ਕਿ ਰਮਨ ਆਪਣੇ ਦੋਸਤਾਂ ਨਾਲ ਗਿਆ ਹੈ, ਲੇਟ ਘਰ ਆਵੇਗਾ। ਉਸ ਦੇ ਕੋਲ ਘਰ ਦੀ ਚਾਬੀ ਹੈ, ਉਹ ਖੁਦ ਹੀ ਆ ਕੇ ਸੌਂ ਜਾਵੇਗਾ। ਫਿਰ ਉਸਨੇ ਕਿਹਾ, ਮੈਂ ਪਿਛਲੇ ਕਈ ਮਹੀਨਿਆਂ ਤੋਂ ਰਮਨ ਤੇ ਕਰਨ ਬਣ ਕੇ ਰਹਿ ਰਿਹਾ ਹਾਂ ਕਿਉਂਕਿ ਮੇਰੀ ਮਾਂ ਇਹ ਦੁੱਖ ਕਦੇ ਵੀ ਸਹਿਣ ਨਹੀਂ ਕਰ ਸਕਦੀ ਸੀ ਤੇ ਤੁਹਾਡੀ ਵੀ ਹਾਲਤ ਅਜਿਹੀ ਸੀ ਕਿ ਜੇ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਤਾਂ ਸ਼ਾਇਦ ਮੇਰੇ ਭਰਾ ਦੀ ਨਿਸ਼ਾਨੀ ਵੀ ਖਤਮ ਹੋ ਜਾਂਦੀ। ਮੈਂ ਚਾਹੁੰਦਾ ਸੀ ਕਿ ਮੇਰੇ ਭਰਾ ਦੀ ਔਲਾਦ ਇਸ ਦੁਨੀਆ ਤੇ ਜ਼ਰੂਰ ਆਵੇ। ਮੇਰੀ ਤੁਹਾਨੂੰ ਇੱਕ ਬੇਨਤੀ ਹੈ ਕਿ ਤੁਸੀਂ ਮਾਂ ਨੂੰ ਕੁਝ ਵੀ ਨਾ ਦੱਸਣਾ। ਬਸ ਉਸ ਨੂੰ ਕਹਿ ਦੇਵੋ ਕਿ ਉਹ ਮੈਨੂੰ ਵਿਦੇਸ਼ ਜਾਣ ਦੇ। ਮੈਂ ਰਮਨ ਬਣ ਕੇ ਚਲਾ ਜਾਵਾਂਗਾ ਤੇ ਵਾਪਸ ਨਹੀਂ ਆਵਾਂਗਾ। ਫਿਰ ਮੈਂ ਇੱਥੇ ਕਰਨ ਬਣ ਕੇ ਰਹਾਂਗਾ ਹਮੇਸ਼ਾ ਲਈ। ਉਸ ਦੀ ਗੱਲ ਸੁਣ ਕੇ ਮੈਂ ਉਸ ਵੱਲ ਗੁੱਸੇ ਨਾਲ ਦੇਖਿਆ। ਮੈਂ ਕਿਹਾ, ਤੂੰ ਇੱਥੇ ਕਿਵੇਂ ਰਹਿ ਸਕਦਾ ਹੈ? ਉਸਨੇ ਕਿਹਾ, ਮੈਂ ਤੇਰੇ ਨਾਲ ਵਿਆਹ ਕਰ ਲਵਾਂਗਾ ਪਰ ਇਹ ਵਿਆਹ ਮੇਰੀ ਮਾਂ ਦੀਆਂ ਨਜ਼ਰਾਂ ਵਿੱਚ ਨਹੀਂ ਆਉਣਾ ਚਾਹੀਦਾ ਹੈ। ਉਸ ਨੂੰ ਇਹੀ ਲੱਗੇ ਕਿ ਮੈਂ ਕਰਨ ਹਾਂ। ਮੈਂ ਤੈਨੂੰ ਇਕੱਲੀ ਨਹੀਂ ਛੱਡ ਸਕਦਾ ਤੇ ਨਾ ਹੀ ਆਪਣੇ ਭਤੀਜੇ ਨੂੰ ਬੇਸਹਾਰਾ ਛੱਡ ਸਕਦਾ ਹਾਂ। ਫਿਰ ਮੇਰੇ ਨਾਲ ਵਿਆਹ ਕਰ ਲਿਆ ਤੇ ਰਮਨ ਬਣ ਕੇ ਹਮੇਸ਼ਾ ਲਈ ਵਿਦੇਸ਼ ਚਲਾ ਗਿਆ। 10 ਸਾਲ ਹੋ ਗਏ ਹਨ ਇਸ ਗੱਲ ਨੂੰ ਤੇ ਮੇਰੀ ਸੱਸ ਇਹੀ ਸਮਝਦੀ ਹੈ ਕਿ ਕਰਨ ਮੇਰੇ ਨਾਲ ਰਹਿੰਦਾ ਹੈ ਤੇ ਰਮਨ ਨੇ ਬਾਹਰ ਵਿਆਹ ਕਰਕੇ ਮਾਂ ਨੂੰ ਭੁਲਾ ਦਿੱਤਾ ਹੈ। ਸ਼ਾਇਦ ਇਹ ਰਾਜ ਮੇਰੀ ਸੱਸ ਨੂੰ ਕਦੇ ਪਤਾ ਨਹੀਂ ਲੱਗੇਗਾ। ਦੋਸਤੋ, ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੀ। ਧੰਨਵਾਦ ਜੀ ਸਾਰਿਆਂ ਦਾ।